ओशो ਦਾ ਪ੍ਰਵਚਨ ਰਾਹ ਦੀ ਖੋਜ। ਜ਼ਰਾ ਰੁਕੋ, ਵਿਚਾਰ ਕਰੋ। ਤੁਸੀਂ ਰਾਹ ਪਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਮਨ ਵਿੱਚ ਉੱਚੀ ਅਵਸਥਾ ਪ੍ਰਾਪਤ ਕਰਨ, ਉੱਚੇ ਚੜ੍ਹਨ ਤੇ ਇੱਕ ਵਿਸ਼ਾਲ ਭਵਿੱਖ ਉਸਾਰਨ ਦੇ ਸੁਪਨੇ ਹਨ? ਸਾਵਧਾਨ, ਰਾਹ ਦੇ ਲਈ ਹੀ ਰਾਹ ਨੂੰ ਪ੍ਰਾਪਤ ਕਰਨਾ ਹੈ। ਤੁਹਾਡੇ ਹੀ ਕਦਮ ਉਸ ਉੱਤੇ ਚੱਲਣਗੇ ਇਸ ਲਈ ਨਹੀਂ। ਇਸ ਸੂਤਰ 'ਚ ਬਹੁਤ ਸਾਰੀਆਂ ਗੱਲਾਂ ਸਮਝਣ ਯੋਗ ਹਨ। ਰਾਹ ਮਿਲਿਆ ਹੋਇਆ ਨਹੀਂ ਹੈ, ਉਸਦੀ ਖੋਜ ਕਰਨੀ ਹੈ। ਹਾਲਾਂਕਿ ਹਰੇਕ ਵਿਅਕਤੀ ਇਸ ਭੁਲੇਖੇ 'ਚ ਹੈ ਕਿ ਰਾਹ ਮਿਲਿਆ ਹੋਇਆ ਹੈ ਤੇ ਸਾਰੀ ਦੁਨੀਆ 'ਚ ਧਰਮ ਨੂੰ ਨਸ਼ਟ ਕਰਨ 'ਚ ਜੇਕਰ ਕਿਸੇ ਗੱਲ ਨੇ ਸਭ ਤੋਂ ਵੱਧ ਸਹਾਇਤਾ ਪਹੁੰਚਾਈ ਹੈ ਤਾਂ ਇਸ ਭੁਲੇਖੇ 'ਚ ਹਨ ਕਿ ਰਾਹ ਮਿਲਿਆ ਹੋਇਆ ਹੈ। ਜਨਮ ਦੇ ਨਾਲ ਰਾਹ ਨਹੀਂ ਮਿਲਦਾ ਹੈ, ਪਰ ਸਾਰੇ ਧਰਮਾਂ ਨੇ ਅਜਿਹਾ ਇੰਤਜ਼ਾਮ ਕਰ ਰੱਖਿਆ ਹੈ ਕਿ ਜਨਮ ਦੇ ਨਾਲ ਉਹ ਧਰਮ ਵੀ ਤੁਹਾਨੂੰ ਦੇ ਦਿੰਦੇ ਹਨ। ਮਾਂ ਦੇ ਦੁੱਧ ਨਾਲ ਧਰਮ ਵੀ ਦੇ ਦਿੱਤਾ ਜਾਂਦਾ ਹੈ। ਬੱਚਾ ਜਦ ਅਬੋਧ ਹੁੰਦਾ ਹੈ, ਨਾ ਉਸ ਨੂੰ ਕੋਈ ਸੋਚ ਵਿਚਾਰ ਹੁੰਦੀ ਹੈ, ਨਾ ਕੋਈ ਸਮਝ ਹੁੰਦੀ ਹੈ, ਤਦ ਗਹਿਰੇ ਅਚੇਤਨ 'ਚ ਅਸੀਂ ਰਾਹ ਨੂੰ ਪਾ ਦਿੰਦੇ ਹਾਂ। ਮਾਂ-ਬਾਪ ਆਪਣੇ ਰਾਹ ਨੂੰ ਪਾ ਦਿੰਦੇ ਹਨ। ਉਹ ਰਾਹ ਉਹਨਾਂ ਦਾ ਵੀ ਨਹੀਂ ਹੈ, ਉਹ ਵੀ ਉਹਨਾਂ ਦੇ ਮਾਂ-ਬਾਪ ਨੇ ਉਹਨਾਂ 'ਚ ਪਾ ਦਿੱਤਾ ਹੋਇਆ ਹੈ। ਤੁਸੀਂ ਹਿੰਦੂ ਦੀ ਤਰ੍ਹਾਂ ਪੈਦਾ ਹੁੰਦੇ ਹੋ, ਮੁਸਲਮਾਨ ਦੀ ਤਰ੍ਹਾਂ, ਜੈਨੀ ਦੀ ਤਰ੍ਹਾਂ, ਈਸਾਈ ਦੀ ਤਰ੍ਹਾਂ। ਜਨਮ ਦੇ ਨਾਲ ਹੀ ਤੁਸੀਂ ਕਿਸੇ ਰਾਹ ਨਾਲ ਜੁੜ ਜਾਂਦੇ ਹੋ, ਜੋੜ ਦਿੱਤੇ ਜਾਂਦੇ ਹੋ। ਕੋਈ ਵਿਅਕਤੀ ਨਾ ਹਿੰਦੂ ਪੈਦਾ ਹੁੰਦਾ ਹੈ, ਨਾ ਮੁਸਲਮਾਨ, ਨਾ ਹੀ ਹੋ ਸਕਦਾ ਹੈ। ਹਿੰਦੂ ਘਰ 'ਚ ਪੈਦਾ ਹੋ ਸਕਦਾ ਹੈ, ਲੇਕਿਨ ਹਿੰਦੂ ਕੋਈ ਵੀ ਪੈਦਾ ਨਹੀਂ ਹੋ ਸਕਦਾ। ਮੁਸਲਮਾਨ ਘਰ 'ਚ ਪੈਦਾ ਹੋ ਸਕਦਾ ਹੈ, ਲੇਕਿਨ ਮੁਸਲਮਾਨ ਪੈਦਾ ਨਹੀਂ ਹੋ ਸਕਦਾ। ਆਦਮੀ ਪੈਦਾ ਹੁੰਦਾ ਹੈ ਤਦ ਉਸ ਕੋਲ ਕੋਈ ਧਰਮ, ਕੋਈ ਰਾਹ ਨਹੀਂ ਹੁੰਦਾ। ਰਾਹ ਮਾਂ-ਬਾਪ, ਪਰਿਵਾਰ, ਸਮਾਜ, ਜਾਤ, ਬੱਚੇ ਦੇ ਉੱਪਰ ਥੋਪ ਦਿੰਦੇ ਹਨ ਤੇ ਉਹ ਥੋਪਣ ਵਿੱਚ ਕਾਹਲੀ ਕਰਦੇ ਹਨ, ਕਿਉਂਕਿ ਜੇ ਬੱਚੇ ਨੂੰ ਹੋਸ਼ ਆ ਜਾਏ ਤਾਂ ਉਹ ਥੋਪਣ 'ਚ ਰੁਕਾਵਟ ਪਾਏਗਾ। ਇਸ ਲਈ ਬੇਹੋਸ਼ੀ 'ਚ ਥੋਪਿਆ ਜਾਂਦਾ ਹੈ। ਸਾਰੇ ਧਰਮ ਬੱਚਿਆਂ ਦੀ ਗਰਦਨ ਨੱਪਣ 'ਚ ਬੜੀ ਕਾਹਲ ਕਰਦੇ ਹਨ। ਜ਼ਰਾ ਜਿੰਨੀ ਦੇਰ ਤੇ ਭੁੱਲ ਹੋ ਜਾਏਗੀ ਤੇ ਇੱਕ ਵਾਰ ਬੱਚਾ ਜੇਕਰ ਅਚੇਤਨ ਦੀ ਅਵਸਥਾ 'ਚੋਂ ਚੇਤਨ 'ਚ ਆ ਗਿਆ, ਹੋਸ਼ ਸੰਭਾਲ ਲਿਆ, ਤੇ ਫਿਰ ਤੁਸੀਂ ਧਰਮ ਨੂੰ ਥੋਪ ਵੀ ਨਾ ਪਾਓਗੇ। ਫਿਰ ਬੱਚਾ ਆਪਣੀ ਹੀ ਖੋਜ ਕਰੇਗਾ। ਹੋ ਸਕਦਾ ਹੈ ਹਿੰਦੂ ਘਰ ਦੇ ਬੱਚੇ ਨੂੰ ਲੱਗੇ ਕਿ ਈਸਾਈ ਰਾਹ ਉਹਦੇ ਲਈ ਹੈ, ਤੇ ਈਸਾਈ ਬੱਚੇ ਨੂੰ ਲੱਗੇ ਹਿੰਦੂ ਰਾਹ ਉਹਦੇ ਲਈ ਹੈ। ਬੜੀ ਅਫਰਾ ਤਫਰੀ ਹੋ ਜਾਏਗੀ। ਉਸੇ ਤਰ੍ਹਾਂ ਹੀ ਅਫਰਾ ਤਫਰੀ ਨਾ ਹੋ ਜਾਏ, ਮੇਰਾ ਬੇਟਾ ਮੇਰੇ ਧਰਮ ਨੂੰ ਛੱਡ ਕੇ ਨਾ ਚਲਿਆ ਜਾਏ, ਤਾਂ ਅਚੇਤਨ 'ਚ ਅਸੀਂ ਅਪਰਾਧ ਕਰਦੇ ਹਾਂ। ਅਸੀਂ ਬੱਚੇ ਦੀ ਗਰਦਨ ਨੂੰ ਜਕੜ ਦਿੰਦੇ ਹਾਂ ਸੰਸਕਾਰਾਂ ਵਿੱਚ। ਮਨੁੱਖ ਨੇ ਹੁਣ ਤੱਕ ਜੋ ਵੱਡੇ ਤੋਂ ਵੱਡੇ ਪਾਪ ਕੀਤੇ ਹਨ, ਉਸ ਵਿੱਚ ਇਹ ਸਭ ਤੋਂ ਵੱਡਾ ਪਾਪ ਹੈ। ਇਹਨੂੰ ਮੈਂ ਕਿਉਂ ਸਭ ਤੋਂ ਵੱਡਾ ਪਾਪ ਕਹਿਣਾ? ਕਿਉਂਕਿ ਇਹਦਾ ਅਰਥ ਇਹ ਹੋਇਆ ਕਿ ਅਸੀਂ ਬੱਚੇ ਨੂੰ ਇੱਕ ਝੂਠਾ ਧਰਮ ਦੇ ਦਿੱਤਾ ਹੈ ਜੋ ਉਹਦੀ ਚੋਣ ਨਹੀਂ ਹੈ। ਤੇ ਧਰਮ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਜਦ ਤੱਕ ਤੁਸੀਂ ਨਾ ਚੁਣੋ ਤਦ ਤੱਕ ਸਾਰਥਕ ਨਹੀਂ ਹੋਏਗਾ। ਜਦ ਤੁਸੀਂ ਚੁਣਦੇ ਹੋ ਆਪਣੇ ਪ੍ਰਾਣਾਂ ਦੀ ਖੋਜ ਨਾਲ, ਪੀੜ ਨਾਲ, ਪਿਆਸ ਨਾਲ, ਤਾਂ ਹੀ ਤੁਸੀਂ ਧਾਰਮਿਕ ਹੁੰਦੇ ਹੋ। ਇਹ ਦੂਜੇ ਦਾ ਦਿੱਤਾ ਹੋਇਆ ਧਰਮ ਉੱਪਰ ਰਹਿ ਜਾਂਦਾ ਹੈ। ਇਸ ਕਾਰਨ ਤੁਹਾਡੀ ਆਪਣੀ ਖੋਜ ਵਿੱਚ ਰੁਕਾਵਟ ਪੈਂਦੀ ਹੈ। ਇਸ ਲਈ ਦੇਖੋ, ਜਦੋਂ ਬੁੱਧ ਜਿਉਂਦੇ ਹੁੰਦੇ ਹੈ, ਜਾਂ ਮਹਾਵੀਰ ਜਿਉਂਦੇ ਹੁੰਦੇ ਹੈ, ਜਾਂ ਮੁਹੰਮਦ ਜਿਉਂਦੇ ਹੁੰਦੇ ਹਨ, ਜਾਂ ਈਸਾ, ਉਸ ਸਮੇਂ ਜੋ ਧਰਮ ਦਾ ਪ੍ਰਕਾਸ਼ ਹੁੰਦਾ ਹੈ, ਜਿਹੜੇ ਲੋਕ ਉਹਨਾਂ ਦੇ ਕੋਲ ਆਉਂਦੇ ਹਨ, ਉਹਨਾਂ ਦੀ ਜ਼ਿੰਦਗੀ 'ਚ ਜਿਹੋ ਜਿਹੀ ਕ੍ਰਾਂਤੀ ਵਾਪਰਦੀ ਹੈ, ਫਿਰ ਬਾਅਦ 'ਚੋਂ ਜੋਤ ਮੱਧਮ ਹੁੰਦੀ ਚਲੀ ਜਾਂਦੀ ਹੈ। ਕਿਉਂਕਿ ਬੁੱਧ ਦੇ ਕੋਲ ਜਿਹੜੇ ਲੋਕ ਆ ਕੇ ਦੀਖਿਤ ਹੁੰਦੇ ਹਨ, ਉਹ ਉਹਨਾਂ ਦੀ ਆਪਣੀ ਚੋਣ ਹੈ। ਉਹ ਬੋਧੀ ਹੋ ਰਹੇ ਹਨ। ਸੋਚ ਵਿਚਾਰ ਨਾਲ, ਅਨੁਭਵ ਨਾਲ, ਸਾਧਨਾ ਨਾਲ ਉਹਨਾਂ ਨੂੰ ਲੱਗਿਆ ਹੈ ਕਿ ਬੁੱਧ ਦਾ ਰਾਹ ਸਹੀ ਹੈ, ਤਾਂ ਹੀ ਉਹ ਬੁੱਧ ਦੇ ਪਿੱਛੇ ਆ ਰਹੇ ਹਨ। ਇਹ ਉਹਨਾਂ ਦੀ ਨਿੱਜੀ ਚੋਣ ਹੈ, ਇਹ ਉਹਨਾਂ ਦਾ ਆਪਣਾ ਸਮਰਪਣ ਹੈ। ਇਹ ਅਕੀਦਾ ਕਿਸੇ ਹੋਰ ਨੇ ਨਹੀਂ ਦਿੱਤਾ, ਸਗੋਂ ਉਹਨਾਂ ਨੇ ਖੁਦ ਮੰਨਿਆ ਹੈ। ਤਦ ਮਜ਼ਾ ਹੋ ਰਹੀ ਹੈ, ਤਦ ਉਹ ਆਪਣੇ ਪੂਰੇ ਜੀਵਨ ਨੂੰ ਦਾਅ ਤੇ ਲਾ ਦਿੰਦੇ ਹਨ, ਕਿਉਂਕਿ ਜੋ ਉਹਨਾਂ ਨੂੰ ਠੀਕ ਲੱਗਦਾ ਹੈ ਉਸ ਉੱਤੇ ਜੀਵਨ ਦਾਅ ਤੇ ਲਾਇਆ ਜਾ ਸਕਦਾ ਹੈ। ਲੇਕਿਨ ਉਹਨਾਂ ਦੇ ਬੱਚੇ ਪੈਦਾਇਸ਼ੀ ਬੁੱਧੀ ਹੋਣਗੇ, ਉਹਨਾਂ ਦੀ ਚੋਣ ਨਹੀਂ ਹੋਏਗੀ, ਉਹਨਾਂ ਨੇ ਖੁਦ ਨਿਰਣਾ ਨਹੀਂ ਲਿਆ ਹੋਏਗਾ, ਉਹਨਾਂ ਨੇ ਖੁਦ ਸੋਚਿਆ ਵੀ ਨਹੀਂ ਹੋਏਗਾ। ਬੁੱਧ ਘਰ 'ਚ ਉਹਨਾਂ ਦੀ ਹਿੱਕ ਉੱਤੇ ਬਿਠਾ ਦਿੱਤੇ ਜਾਣਗੇ। ਧਿਆਨ ਰਹੇ, ਜੇ ਤੁਸੀਂ ਆਪਣੀ ਮਰਜ਼ੀ, ਜੋ ਤੁਸੀਂ ਆਪਣੀ ਮਰਜ਼ੀ ਨਾਲ ਚੁਣਦੇ ਹੋ, ਜੇਕਰ ਨਰਕ ਵੀ ਚੁਣੋ ਆਪਣੀ ਮਰਜ਼ੀ ਨਾਲ ਤਾਂ ਸਵਰਗ ਹੋਏਗਾ, ਤੇ ਜੇ ਸਵਰਗ ਵੀ ਜ਼ਬਰਦਸਤੀ ਤੁਹਾਡੇ ਉੱਪਰ ਰੱਖ ਦਿੱਤਾ ਜਾਏ ਤਾਂ ਨਰਕ ਹੋ ਜਾਏਗਾ।
ਜ਼ਬਰਦਸਤੀ ਵਿੱਚ ਨਰਕ ਹੈ। ਜੇ ਉੱਪਰ ਤੋਂ ਕੋਈ ਚੀਜ਼ ਥੋਪ ਦਿੱਤੀ ਜਾਏ ਤਾਂ ਭਾਵੇਂ ਆਨੰਦ ਵੀ ਹੋਵੇ ਤਾਂ ਵੀ ਦੁੱਖ ਹੋ ਜਾਏਗਾ। ਥੋਪਣ 'ਚ ਦੁੱਖ ਹੋ ਜਾਂਦਾ ਹੈ। ਤੇ ਜੋ ਵੀ ਚੀਜ਼ ਥੋਪੀ ਜਾਂਦੀ ਹੈ ਉਹ ਕੈਦਖਾਨਾ ਬਣ ਜਾਂਦੀ ਹੈ। ਨਾ ਤਾਂ ਅੱਜ ਧਰਤੀ ਉੱਤੇ ਹਿੰਦੂ ਹਨ, ਨਾ ਮੁਸਲਮਾਨ, ਨਾ ਬੋਧੀ। ਅੱਜ ਕੈਦੀ ਹਨ। ਕੋਈ ਹਿੰਦੂ ਕੈਦਖਾਨੇ 'ਚ ਹਨ, ਕੋਈ ਮੁਸਲਮਾਨ ਕੈਦਖਾਨੇ 'ਚ, ਕੋਈ ਜੈਨੀ ਕੈਦਖਾਨੇ 'ਚ। ਕੈਦਖਾਨਾ ਇਸ ਲਈ ਕਹਿੰਦਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਕਿ ਤੁਸੀਂ ਜੈਨੀ ਹੋਣਾ ਹੈ, ਕਿ ਹਿੰਦੂ ਹੋਣਾ ਹੈ, ਕਿ ਮੁਸਲਮਾਨ ਹੋਣਾ ਹੈ। ਤੁਸੀਂ ਚੁਣਿਆ ਹੀ ਨਹੀਂ। ਇਹ ਤੁਹਾਡੀ ਗੁਲਾਮੀ ਹੈ। ਪਰ ਗੁਲਾਮੀ ਇੰਨੀ ਸੂਖਮ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਤੁਹਾਡੇ ਹੋਸ਼ ਵਿੱਚ ਨਹੀਂ ਪਾਈ ਗਈ। ਜਦ ਤੁਸੀਂ ਬੇਹੋਸ਼ ਸੀ ਤਦ ਇਹ ਗੁਲਾਮੀ, ਇਹ ਜ਼ੰਜੀਰ ਤੁਹਾਡੇ ਹੱਥ 'ਚ ਪਹਿਨਾ ਦਿੱਤੀ ਗਈ। ਜਦ ਤੁਹਾਨੂੰ ਹੋਸ਼ ਆਇਆ, ਤੁਸੀਂ ਆਪਣੇ ਹੱਥਾਂ 'ਚ ਜ਼ੰਜੀਰ ਪਈ ਹੋਈ ਪਾਈ। ਉਸ ਨੂੰ ਜੰਜੀਰ ਵੀ ਨਹੀਂ ਕਿਹਾ ਜਾਂਦਾ। ਇਹਨੂੰ ਤੁਹਾਡੇ ਮਾਂ-ਬਾਪ ਨੇ, ਪਰਿਵਾਰ ਨੇ, ਸਮਾਜ ਨੇ ਸਮਝਾਇਆ ਹੈ ਕਿ ਇਹ ਜੇਵਰ ਹੈ। ਤੁਸੀਂ ਇਹਨੂੰ ਸੰਭਾਲਦੇ ਹੋ, ਕੋਈ ਤੋੜ ਨਾ ਦੇਵੇ। ਇਹ ਜੇਵਰ ਹੈ, ਬੜੀ ਕੀਮਤੀ ਹੈ। ਤੁਸੀਂ ਇਹਦੇ ਲਈ ਆਪਣੀ ਜਾਨ ਲਾ ਦਿਓਗੇ। ਬੜੀ ਮਜ਼ੇਦਾਰ ਗੱਲ ਹੈ। ਧਰਮ ਨੂੰ ਖਤਰਾ ਹੋਵੇ, ਲੋਕ ਆਪਣੀ ਜਾਨ ਵਾਰ ਦੇਣ ਦੀ ਪਰਵਾਹ ਨਹੀਂ ਕਰਦੇ। ਤੁਸੀਂ ਹਿੰਦੂ ਧਰਮ, ਮੁਸਲਮਾਨ ਜਾਂ ਈਸਾਈ ਕਿਸੇ ਵੀ ਧਰਮ ਦੀ ਖਾਤਰ ਮਰ ਸਕਦੇ ਹੋ, ਪਰ ਜਿਉ ਨਹੀਂ ਸਕਦੇ। ਜੇ ਤੁਹਾਨੂੰ ਕਿਹਾ ਜਾਏ ਕਿ ਜ਼ਿੰਦਗੀ ਹਿੰਦੂ ਦੀ ਤਰ੍ਹਾਂ ਜੀਓ, ਤੁਸੀਂ ਜੀਣ ਨੂੰ ਰਾਜ਼ੀ ਨਹੀਂ ਹੋ। ਮੁਸਲਮਾਨ ਦੀ ਤਰ੍ਹਾਂ ਜੀਓ, ਜੀਣ ਨੂੰ ਰਾਜ਼ੀ ਨਹੀਂ ਹੋ। ਪਰ ਜੇ ਝਗੜਾ ਫਸਾਦ ਹੋਏ ਤਾਂ ਮਰਨ ਨੂੰ ਤਿਆਰ ਹੋ। ਉਹੀ ਲੋਕ ਹਿੰਦੂ ਧਰਮ ਦੇ ਲਈ ਮਰਨ ਨੂੰ ਤਿਆਰ ਹੋ ਜਾਂਦੇ ਆ, ਜਿਹੜੇ ਹਿੰਦੂ ਧਰਮ ਦੇ ਲਈ ਜੀਣ ਨੂੰ ਕਦੇ ਤਿਆਰ ਨਹੀਂ ਸੀ। ਕੀ ਮਾਮਲਾ ਹੈ? ਕਿਤੇ ਕੋਈ ਰੋਗ ਹੈ, ਕਿਤੇ ਕੋਈ ਬਿਮਾਰੀ ਹੈ। ਜੀਣ ਦੇ ਲਈ ਸਾਡੀ ਕੋਈ ਤਾਂਘ ਨਹੀਂ। ਮਾਰ ਮਰਾਈ ਲਈ ਤਾਂਘਵਾਨ ਹੋ ਜਾਂਦੇ ਆ, ਕਿਉਂਕਿ ਜਿਵੇਂ ਹੀ ਕੋਈ ਸਾਡੇ ਧਰਮ ਤੇ ਹਮਲਾ ਕਰਦਾ ਹੈ, ਸਾਨੂੰ ਹੋਸ਼ ਹੀ ਨਹੀਂ ਰਹਿ ਜਾਂਦਾ। ਉਹ ਸਾਡਾ ਬੇਹੋਸ਼ ਹਿੱਸਾ ਹੈ ਜਿਸ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਲਈ ਜਦ ਵੀ ਹਿੰਦੂ ਮੁਸਲਮਾਨ ਲੜਦੇ ਹੈ, ਤੁਸੀਂ ਇਹ ਨਾ ਸਮਝਣਾ ਕਿ ਹੋਸ਼ 'ਚ ਲੜਦੇ ਹੈ, ਉਹ ਬੇਹੋਸ਼ੀ 'ਚ ਲੜਦੇ ਰਹੇ ਹੈ। ਬੇਹੋਸ਼ੀ 'ਚੋਂ ਹਿੰਦੂ ਮੁਸਲਮਾਨ ਹਨ, ਹੋਸ਼ 'ਚ ਨਹੀਂ ਹਨ। ਇਸ ਲਈ ਕੋਈ ਵੀ ਉਹਨਾਂ ਦੇ ਅਚੇਤਨ ਮਨ ਨੂੰ ਸੱਟ ਲਾ ਦੇ ਤਾਂ ਬਸ ਪਾਗਲ ਹੋ ਜਾਣਗੇ। ਨਾ ਕੋਈ ਹਿੰਦੂ ਲੜਦੇ, ਨਾ ਕੋਈ ਮੁਸਲਮਾਨ ਲੜਦੇ ਹੈ, ਪਾਗਲ ਲੜਦੇ ਹੈ। ਕੋਈ ਹਿੰਦੂ ਮਾਰਕਾ ਪਾਗਲ ਹੈ, ਕੋਈ ਮੁਸਲਮਾਨ ਮਾਰਕਾ ਪਾਗਲ ਹੈ। ਇਹ ਮਾਰਕਿਆਂ ਦਾ ਫਰਕ ਹੈ, ਲੇਕਿਨ ਹੈਨ ਪਾਗਲ ਹੀ। ਤੇ ਤੁਹਾਡੇ ਅੰਦਰ ਧਰਮ ਉਸ ਸਮੇਂ ਪਾਇਆ ਜਾਂਦਾ ਹੈ ਜਦ ਤਰਕ ਦੀ ਕੋਈ ਸਮਰੱਥਾ ਨਹੀਂ ਹੁੰਦੀ। ਇਸੇ ਲਈ ਮੈਂ ਕਹਿੰਦਾ ਕਿ ਇਹ ਸਭ ਤੋਂ ਵੱਡਾ ਪਾਪ ਹੈ। ਜਦ ਤੱਕ ਇਹ ਪਾਪ ਬੰਦ ਨਹੀਂ ਹੁੰਦਾ, ਜਦ ਤੱਕ ਅਸੀਂ ਹਰੇਕ ਵਿਅਕਤੀ ਨੂੰ ਆਪਣੇ ਰਾਹ ਦੀ ਖੋਜ ਦੀ ਖੁੱਲ੍ਹ ਨਹੀਂ ਦਿੰਦੇ, ਤਦ ਤੱਕ ਦੁਨੀਆ ਧਾਰਮਿਕ ਨਹੀਂ ਹੋ ਸਕੇਗੀ। ਕਿਉਂਕਿ ਧਾਰਮਿਕ ਹੋਣ ਦੇ ਲਈ ਆਪਣਾ ਹੀ ਨਿਰਣਾ ਚਾਹੀਦਾ ਹੈ। ਇਹਨੂੰ ਇਸ ਤਰ੍ਹਾਂ ਸਮਝੋ, ਸੌਖਾ ਰਹੇਗਾ। ਪੁਰਾਣੇ ਦਿਨਾਂ 'ਚ ਸਾਡੇ ਮੁਲਕ 'ਚ ਤਾਂ ਅਜੇ ਵੀ ਥੋੜੇ ਦਿਨ ਪਹਿਲਾਂ ਤੱਕ ਅਸੀਂ ਬਾਲ ਵਿਆਹ ਕਰ ਦਿੰਦੇ ਸੀ। ਨਾ ਤਾਂ ਪਤੀ ਨੂੰ ਕੋਈ ਸਰੋਕਾਰ ਸੀ ਕਿ ਕਿਸ ਨਾਲ ਵਿਆਹ ਹੋ ਰਿਹਾ, ਨਾ ਪਤਨੀ ਨੂੰ ਕੋਈ ਸਰੋਕਾਰ ਸੀ ਕਿ ਕਿਸ ਨਾਲ ਵਿਆਹ ਹੋ ਰਿਹਾ। ਬੱਚੇ ਇੰਨੇ ਛੋਟੇ ਹੁੰਦੇ ਸੀ ਕਿ ਉਹਨਾਂ ਨੂੰ ਅਜੇ ਪਤਾ ਹੀ ਨਹੀਂ ਸੀ ਹੁੰਦਾ ਕਿ ਕੀ ਹੋ ਰਿਹਾ। ਪਤੀ ਪਤਨੀ ਅਸੀਂ ਉਹਨਾਂ ਨੂੰ ਬਣਾ ਦਿੰਦੇ ਹਾਂ। ਉਹਨਾਂ ਦੀ ਅਚੇਤਨਾ ਵਿੱਚ ਉਹਨਾਂ ਨੂੰ ਹੋਸ਼ ਨਹੀਂ ਸੀ ਹੁੰਦਾ, ਬੇਹੋਸ਼ੀ ਵਿੱਚ। ਜਿਵੇਂ ਜਨਮ ਦੇ ਨਾਲ ਮਾਂ ਬਾਪ, ਭੈਣ ਭਰਾ ਮਿਲਦੇ ਹੈ, ਇਵੇਂ ਹੀ ਬੇਹੋਸ਼ੀ 'ਚ ਪਤੀ ਤੇ ਪਤਨੀ ਵੀ ਮਿਲ ਜਾਂਦੇ। ਇਹ ਸਹੂਲਤ ਵੀ ਸੀ ਬਾਲ ਵਿਆਹ ਵਿੱਚ ਕਿ ਇਹਨੂੰ ਤੋੜਨਾ ਬਹੁਤ ਮੁਸ਼ਕਿਲ ਸੀ, ਕਿਉਂਕਿ ਅਚੇਤਨ ਜੁੜ ਜਾਂਦਾ ਸੀ। ਹੋਸ਼ ਦੀ ਗੱਲ ਹੀ ਨਹੀਂ ਸੀ, ਚੋਣ ਦਾ ਕੋਈ ਸਵਾਲ ਹੀ ਨਹੀਂ ਸੀ, ਤਾਂ ਤੋੜਨ ਦਾ ਸਵਾਲ ਕਿੱਥੇ ਸੀ। ਬਾਲ ਵਿਆਹ ਜਿਨ੍ਹਾਂ ਨੇ ਖੋਜਿਆ ਹੋਏਗਾ ਉਹ ਬਹੁਤ ਮਾਹਰ ਲੋਕ ਸਨ। ਉਹਦਾ ਮਤਲਬ ਇਹ ਸੀ ਕਿ ਵਿਆਹ ਹੁਣ ਟੁੱਟੇਗਾ ਨਹੀਂ, ਕਿਉਂਕਿ ਜੋ ਕਦੇ ਚੇਤਨ ਰੂਪ 'ਚ ਜੋੜਿਆ ਹੀ ਨਹੀਂ ਗਿਆ, ਉਹ ਚੇਤਨ ਰੂਪ ਨਾਲ ਤੋੜਿਆ ਵੀ ਨਹੀਂ ਜਾ ਸਕਦਾ। ਇਸ ਲਈ ਵਿਆਹ ਚੱਲੇਗਾ, ਸਥਾਈ ਹੋਏਗਾ, ਪਰ ਉਸ ਵਿਆਹ 'ਚ ਪ੍ਰੇਮ ਦੀ ਘਟਨਾ ਕਦੇ ਨਹੀਂ ਵਾਪਰੇਗੀ। ਧਿਆਨ ਰਹੇ, ਕੋਲ ਰਹਿ ਕੇ, ਨਜ਼ਦੀਕ ਰਹਿ ਕੇ, ਨਾਲ ਰਹਿ ਕੇ ਇੱਕ ਤਰ੍ਹਾਂ ਦਾ ਦੋਸਤਾਨਾ ਭਾਵ ਬਣ ਜਾਂਦਾ ਹੈ, ਪਰ ਉਹ ਪ੍ਰੇਮ ਨਹੀਂ ਹੈ। ਪ੍ਰੇਮ ਤਾਂ ਇੱਕ ਪਾਗਲਪਨ ਹੈ, ਪ੍ਰੇਮ ਤਾਂ ਇੱਕ ਸ਼ੁਦਾ ਹੈ। ਬਾਲ ਵਿਆਹ 'ਚ ਪ੍ਰੇਮ ਵਾਪਰਦਾ ਹੀ ਨਹੀਂ। ਅਸਲ 'ਚ ਬਾਲ ਵਿਆਹ ਦੀ ਤਰਕੀਬ ਹੈ ਹੀ ਇਸੇ ਲਈ ਕਿ ਪ੍ਰੇਮ ਵਾਪਰੇ ਨਾ, ਕਿਉਂਕਿ ਪ੍ਰੇਮ ਖਤਰਨਾਕ ਹੈ। ਪ੍ਰੇਮ ਇੰਨੀ ਉਚਾਈ ਤੇ ਲੈ ਜਾਂਦਾ ਹੈ ਕਿ ਖਤਰਾ ਹੈ। ਜੇ ਉੱਥੋਂ ਤੋਂ ਡਿੱਗੇ, ਉਨੀਆਂ ਹੀ ਗਹਿਰਾਈਆਂ 'ਚ ਡਿੱਗ ਜਾਣਾ ਹੈ। ਵਿਆਹ 'ਚ ਤੁਸੀਂ ਕਦੇ ਨਹੀਂ ਡਿੱਗ ਸਕਦੇ, ਕਿਉਂਕਿ ਉਹਦੀ ਕੋਈ ਉਚਾਈ ਹੀ ਨਹੀਂ ਹੁੰਦੀ। ਪੱਧਰ ਧਰਤੀ ਦਾ ਸਫ਼ਰ ਹੈ, ਨਾ ਕੋਈ ਸਿਖਰ ਹੁੰਦਾ ਹੈ, ਨਾ ਕੋਈ ਖਾਈ ਹੁੰਦੀ ਹੈ। ਸੁਰੱਖਿਅਤ ਹੈ, ਸਥਾਈ ਹੈ। ਸੋ ਵਿਆਹ ਇੱਕ ਸੰਸਥਾ ਹੈ, ਪ੍ਰੇਮ ਇੱਕ ਘਟਨਾ ਹੈ। ਘਟਨਾ ਅਣਜਾਣ ਹੁੰਦੀ ਹੈ, ਸੰਸਥਾ ਨੂੰ ਆਯੋਜਿਤ ਕੀਤਾ ਜਾਂਦਾ ਹੈ। ਪ੍ਰੇਮ ਖਤਰਨਾਕ ਹੋ ਸਕਦਾ ਹੈ, ਹੋਵੇਗਾ ਹੀ, ਕਿਉਂਕਿ ਇੰਨੀ ਉਚਾਈ ਉੱਤੇ ਹਮੇਸ਼ਾ
ਜੀਣਾ ਮੁਸ਼ਕਿਲ ਹੈ, ਨੀਵੇਂ ਉਤਰਨਾ ਪਏਗਾ। ਪ੍ਰੇਮ ਇੰਨੀ ਉਚਾਈ ਤੇ ਲੈ ਜਾਂਦਾ ਹੈ ਕਲਪਨਾ ਦੀ, ਅਜਿਹੇ ਸੁਪਨੇ ਉੱਪਰ ਦਿੰਦਾ ਹੈ ਕਿ ਉਹਨਾਂ ਸੁਪਨਿਆਂ ਦੇ ਨਾਲ ਜੀਣਾ ਥੋੜੇ ਜਿਹੇ ਸੁਪਨੇ ਵੇਖਣ ਵਾਲਿਆਂ ਲਈ ਹੀ ਸੰਭਵ ਹੈ। ਬਾਕੀ ਲੋਕ ਤਾਂ ਧਰਤੀ ਤੇ ਡਿੱਗ ਪੈਣਗੇ। ਉਸ ਸਿਖਰ ਤੇ ਜੀਣਾ ਬਹੁਤ ਮੁਸ਼ਕਿਲ ਹੈ। ਜਦ ਡਿੱਗਣਗੇ ਤਾਂ ਬੜੀ ਪੀੜ ਹੋਏਗੀ। ਧਿਆਨ ਰਹੇ, ਜਿੰਨਾ ਵੱਡਾ ਸੁੱਖ ਚਾਹੀਦਾ ਹੋਵੇ, ਉਨੇ ਵੱਡੇ ਦੁੱਖ ਦੀ ਖਾਈ ਹਮੇਸ਼ਾ ਨਜ਼ਦੀਕ ਹੀ ਹੁੰਦੀ ਹੈ। ਸੋ ਬਾਲ ਵਿਆਹ ਕਰਨ ਵਾਲਿਆਂ ਨੇ ਬੜਾ ਮਿਹਰਾਨਾ ਇੰਤਜ਼ਾਮ ਕੀਤਾ ਹੈ। ਪ੍ਰੇਮ ਦਾ ਖਤਰਾ ਵੱਖ ਕਰ ਦਿੱਤਾ ਹੈ, ਡਿੱਗਣ ਦਾ ਡਰ ਹੀ ਨਾ ਰਹਿ ਗਿਆ। ਤੇ ਜਦ ਤੁਸੀਂ ਵਿਆਹ ਕੀਤਾ ਹੀ ਨਹੀਂ ਤੇ ਤਲਾਕ ਕਰਨ ਦਾ ਕੋਈ ਸਵਾਲ ਹੀ ਨਹੀਂ ਸੀ। ਸੋ ਤੁਸੀਂ ਕੀਤਾ ਹੀ ਨਹੀਂ ਹੈ, ਉਹਨੂੰ ਤੁਸੀਂ ਤੋੜ ਵੀ ਨਹੀਂ ਸਕਦੇ। ਤੁਸੀਂ ਆਪਣੀ ਭੈਣ ਤੋਂ ਕਿਤੇ ਤਲਾਕ ਲੈ ਸਕਦੇ ਹੋ, ਆਪਣੀ ਮਾਂ ਤੋਂ ਤਲਾਕ ਲੈ ਸਕਦੇ ਹੋ, ਇਹ ਤਾਂ ਕੁਦਰਤੀ ਘਟਨਾ ਹੈ। ਇਸ 'ਚ ਤੁਸੀਂ ਛੱਡ ਕੇ ਜਾਓਗੇ ਕਿੱਥੇ? ਕੀ ਉਪਾਅ ਹੈ? ਤੁਸੀਂ ਕਹਿ ਸਕੋ ਕਿ ਹੁਣ ਮੇਰਾ ਭੈਣ ਨਾਲ ਤਲਾਕ ਹੋ ਗਿਆ, ਇਹ ਮੇਰੀ ਭੈਣ ਨਹੀਂ ਰਹੀ। ਇਹਦਾ ਕੋਈ ਉਪਾਅ ਨਹੀਂ ਹੈ। ਭਾਵੇਂ ਦੁਸ਼ਮਣ ਹੋ ਜਾਣ, ਭਾਵੇਂ ਕੁਝ ਵੀ ਕਰਨ, ਭੈਣ ਭੈਣ ਰਹੇਗੀ, ਬਾਪ ਬਾਪ ਰਹੇਗਾ, ਮਾਂ ਮਾਂ ਰਹੇਗੀ। ਤੇ ਅਸੀਂ ਪਤਨੀ ਨੂੰ ਵੀ ਐਨ ਇਸੇ ਢਾਂਚੇ 'ਚ ਢਾਲ ਦਿੱਤਾ ਹੈ। ਚੋਣ ਦਾ ਇੱਕ ਹੀ ਮੌਕਾ ਹੈ ਜਗਤ ਵਿੱਚ, ਸੰਬੰਧ। ਬਾਪ ਜਨਮ ਤੋਂ ਮਿਲਦਾ ਹੈ, ਮਾਂ ਜਨਮ ਤੋਂ ਮਿਲਦੀ ਹੈ, ਭੈਣ ਭਾਈ ਜਨਮ ਤੋਂ ਮਿਲਦੇ ਹੈ। ਸਿਰਫ ਇੱਕ ਪਤੀ ਤੇ ਪਤਨੀ ਦਾ ਸੰਬੰਧ ਹੈ ਜਿਸ ਵਿੱਚ ਸੁਤੰਤਰਤਾ ਹੈ, ਬਾਕੀ ਤਾਂ ਸਭ ਪਰਤੰਤਰਤਾ ਹੈ। ਤਾਂ ਉਹ ਇੱਕ ਸੁਤੰਤਰਤਾ ਦੀ ਘਟਨਾ ਖਤਰਨਾਕ ਹੋ ਸਕਦੀ ਹੈ, ਕਿਉਂਕਿ ਸੁਤੰਤਰਤਾ ਖਤਰਨਾਕ ਹੈ। ਅਸੀਂ ਉਹਨੂੰ ਵੀ ਕੱਟ ਦਿੱਤਾ। ਅਸੀਂ ਵਿਆਹ ਨੂੰ ਇੱਕ ਸੰਸਥਾ ਬਣਾ ਕੇ ਅਚੇਤਨ ਦੇ ਨਾਲ ਜੋੜ ਦਿੱਤਾ। ਖਤਰਾ ਤਾਂ ਮਿਟ ਗਿਆ ਸੀ, ਲੇਕਿਨ ਪ੍ਰੇਮ ਦੀ ਉਹ ਜਿਹੜੀ ਰੋਮਾਨੀ ਉਡਾਨ ਸੀ, ਉਹ ਵੀ ਮਿਟ ਗਈ ਸੀ। ਖਤਰੇ ਦੇ ਨਾਲ ਉਹਦਾ ਜੋ ਰਸ ਸੀ, ਉਹ ਵੀ ਉੱਡ ਗਿਆ। ਜਿਵੇਂ ਅਸੀਂ ਬਾਲ ਵਿਆਹ ਦੇ ਨਾਲ ਕੀਤਾ ਸੀ, ਉਵੇਂ ਹੀ ਅਸੀਂ ਧਰਮ ਦੇ ਨਾਲ ਕੀਤਾ ਹੈ। ਅਸੀਂ ਉਹਨੂੰ ਵੀ ਜੋੜ ਦਿੰਦੇ ਹਾਂ। ਬੱਚਾ ਜਦ ਵੱਡਾ ਹੁੰਦਾ ਹੈ ਤਾਂ ਉਹ ਪਾਉਂਦਾ ਹੈ ਕਿ ਉਹ ਹਿੰਦੂ ਹੈ। ਉਹਨੂੰ ਹੋਸ਼ ਹੀ ਨਹੀਂ ਕਿ ਜਦੋਂ ਪੈਦਾ ਹੋਇਆ ਸੀ, ਇਹ ਵੀ ਖਿਆਲ ਨਹੀਂ ਆਉਂਦਾ ਕਿ ਇਹ ਸੰਸਕਾਰ ਵੀ ਉਧਾਰ ਹੈ, ਕਿਸੇ ਨੇ ਪਾ ਦਿੱਤਾ ਹੈ, ਉਹਦੀ ਚੇਤਨਾ ਵਿੱਚ ਇੰਜੈਕਟ ਕੀਤਾ ਗਿਆ ਹੈ। ਇਹਨੂੰ ਲੈ ਕੇ ਉਹ ਪੈਦਾ ਨਹੀਂ ਹੋਇਆ। ਹੁਣ ਜ਼ਿੰਦਗੀ ਭਰ ਉਹ ਇਹੀ ਮੰਨ ਕੇ ਚੱਲਦਾ ਮੈਂ ਹਿੰਦੂ ਹਾਂ, ਤੇ ਜੋ ਇਹਨੇ ਨਹੀਂ ਚੁਣਿਆ ਉਸ 'ਚ ਉਹਨੂੰ ਕੋਈ ਬਹੁਤੀ ਰੁਚੀ ਨਹੀਂ ਹੋ ਸਕਦੀ, ਕਿਉਂਕਿ ਉਸ ਨਾਲ ਉਹਦਾ ਕੋਈ ਸੰਬੰਧ ਹੀ ਨਹੀਂ ਹੈ। ਜੇ ਠੀਕ ਤਰ੍ਹਾਂ ਨਾਲ ਅਸੀਂ ਸੋਚਾਂਗੇ ਤਾਂ ਆਰੋਪਣ ਹੈ, ਉਹਨੂੰ ਢੋ ਲਏਗਾ ਇੱਕ ਰਸਮ ਦੀ ਤਰ੍ਹਾਂ। ਕਦੇ ਮੰਦਰ ਜ਼ਰੂਰੀ ਹੋਇਆ ਹੈ ਤਾਂ ਹੋ ਜਾਏਗਾ, ਐਤਵਾਰ ਨੂੰ ਚਰਚ ਪਹੁੰਚ ਜਾਏਗਾ। ਕਦੇ ਕੋਈ ਉਤਸਵ ਹੋਵੇ ਤਾਂ ਉਹ ਉਹਦੀ ਰਸਮ ਨੂੰ ਨਿਭਾ ਲਏਗਾ। ਧਰਮ ਤਦ ਇੱਕ ਸਮਾਜਿਕ ਵਿਵਸਥਾ ਦਾ ਅੰਗ ਹੋ ਜਾਂਦਾ ਹੈ, ਤੇ ਧਰਮ ਸਮਾਜਿਕ ਵਿਵਸਥਾ ਦਾ ਅੰਗ ਨਹੀਂ ਹੈ। ਜਿਵੇਂ ਪ੍ਰੇਮ ਖਤਰਨਾਕ ਹੈ, ਧਰਮ ਉਹ ਤੋਂ ਵੀ ਵੱਧ ਖਤਰਨਾਕ ਹੈ। ਜਿਵੇਂ ਪ੍ਰੇਮ ਖਤਰਨਾਕ ਹੈ ਕਿਉਂਕਿ ਉਹਦੇ ਰਸਤੇ ਦਾ ਕੁਝ ਵੀ ਪਤਾ ਨਹੀਂ ਹੈ, ਕੋਈ ਪੇਸ਼ਗੀ ਐਲਾਨ ਨਹੀਂ ਹੋ ਸਕਦਾ ਕਿ ਕੀ ਹੋਏਗਾ। ਧਰਮ ਉਸ ਤੋਂ ਵੀ ਵੱਧ ਖਤਰਨਾਕ ਹੈ। ਪ੍ਰੇਮ ਵੀ ਅਣਜਾਣ ਹੈ, ਰਾਹ ਤੇ ਲੈ ਜਾਂਦਾ ਹੈ। ਧਰਮ ਤਾਂ ਹੋਰ ਵੀ ਅਣਜਾਣੀਆਂ ਰਾਹਾਂ ਤੇ ਲੈ ਜਾਂਦਾ ਹੈ। ਧਰਮ ਤਾਂ ਆਤਮ ਕ੍ਰਾਂਤੀ ਹੈ। ਅਸੀਂ ਧਰਮ ਨੂੰ ਬਣਾ ਦਿੱਤਾ ਹੈ ਧਾਰਮਿਕ ਸੰਸਥਾ। ਤਾਂ ਆਤਮ ਕ੍ਰਾਂਤੀ ਦਾ ਕੋਈ ਉਪਾਅ ਨਾ ਰਿਹਾ। ਪਰ ਜਿਹੜੀ ਚੀਜ਼ ਸਾਡੇ ਉੱਤੇ ਥੋਪ ਦਿੱਤੀ ਗਈ ਹੈ, ਉਹਦੇ ਪ੍ਰਤੀ ਮਨ 'ਚ ਇੱਕ ਵਿਰੋਧ ਹੁੰਦਾ ਹੈ, ਹੋਵੇਗਾ ਹੀ। ਤੇ ਜਿਹੜੀ ਚੀਜ਼ ਸਾਡੇ ਤੇ ਥੋਪ ਦਿੱਤੀ ਹੈ, ਉਹਨੂੰ ਤੋੜਨ 'ਚ ਮਜ਼ਾ ਆਉਂਦਾ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਉਹਨੂੰ ਤੋੜਦੇ ਹਾਂ, ਸਾਨੂੰ ਲੱਗਦਾ ਅਸੀਂ ਮੁਕਤ ਹੋ ਰਹੇ ਹਾਂ। ਫਰਾਇਡ ਨੇ ਲਿਖਿਆ ਹੈ ਕਿ ਮੈਂ ਆਪਣੀ ਪਤਨੀ ਤੇ ਬੱਚੇ ਦੇ ਨਾਲ ਇੱਕ ਬਗੀਚੇ 'ਚ ਘੁੰਮਣ ਗਿਆ ਸੀ। ਜਦ ਅਸੀਂ ਮੁੜਨ ਲੱਗੇ, ਦਰਵਾਜ਼ਾ ਬੰਦ ਹੋਣ ਲੱਗਿਆ ਤਾਂ ਬੱਚਾ ਲਾਪਤਾ ਸੀ। ਮੈਂ ਪਤਨੀ ਨੂੰ ਪੁੱਛਿਆ, ਬੱਚਾ ਕਿੱਥੇ ਹੈ? ਪਤਨੀ ਘਬਰਾ ਗਈ। ਦਰਵਾਜ਼ਾ ਬੰਦ ਹੋ ਗਿਆ, ਵੱਡਾ ਬਗੀਚਾ ਹੈ, ਮੀਲਾਂ ਲੰਮਾ, ਕਿੱਥੇ ਹੋਏਗਾ ਬੱਚਾ? ਫਰਾਇਡ ਨੇ ਕਿਹਾ, ਤੂੰ ਘਬਰਾ ਨਾ, ਤੂੰ ਉਹਨੂੰ ਕਿਤੇ ਜਾਣ ਤੋਂ ਮਨਾ ਤਾਂ ਨਹੀਂ ਕੀਤਾ ਸੀ? ਜੇ ਮਨਾ ਕੀਤਾ ਹੋਵੇ ਤਾਂ ਪਹਿਲਾਂ ਉੱਥੇ ਹੀ ਲੱਭ ਲਈਏ, ਤੇ ਜੇ ਉਸ 'ਚ ਥੋੜੀ ਜਿਹੀ ਵੀ ਬੁੱਧੀ ਹੋਈ ਤਾਂ ਉੱਥੇ ਵੀ ਹੋਣਾ ਚਾਹੀਦਾ ਹੈ। ਪਤਨੀ ਨੇ ਕਿਹਾ, ਮੈਂ ਕਿਹਾ ਸੀ ਫੁਹਾਰੇ ਕੋਲ ਨਾ ਜਾਈਂ। ਫਰਾਇਡ ਨੇ ਕਿਹਾ, ਬਸ ਦੌੜ ਕੇ ਫੁਹਾਰੇ ਵੱਲ ਚੱਲੀਏ। ਫੁਹਾਰੇ ਤੇ ਬੇਟਾ ਪਾਣੀ 'ਚ ਪੈਰ ਲਮਕਾਈ ਬੈਠਾ ਸੀ। ਫਰਾਇਡ ਦੀ ਪਤਨੀ ਕਹਿਣ ਲੱਗੀ, ਤੂੰ ਕਿਵੇਂ ਅੰਦਾਜ਼ਾ ਲਾਇਆ ਕਿ ਲੜਕਾ ਉੱਥੇ ਹੋਏਗਾ? ਫਰਾਇਡ ਨੇ ਕਿਹਾ ਕਿ ਇਸ ਵਿੱਚ ਅੰਦਾਜ਼ਾ ਲਾਉਣ ਦੀ ਕਿਹੜੀ ਗੱਲ ਹੈ? ਜੇ ਲੜਕਾ ਬਿਲਕੁਲ ਬੁੱਧੂ ਹੋਵੇ ਤਾਂ ਭੁੱਲ ਹੋ ਸਕਦੀ ਹੈ। ਜੇ ਲੜਕੇ 'ਚ ਥੋੜੀ ਵੀ ਬੁੱਧੀ ਹੈ ਤਾਂ ਜਿੱਥੇ ਇਨਕਾਰ ਹੈ ਉੱਥੇ ਰਸ ਹੈ, ਜਿੱਥੇ ਨਿਸ਼ੇਧ ਹੈ ਉੱਥੇ ਨਿਉਂਦਾ ਹੈ। ਕਹਿ ਦਿਓ ਕਿਸੇ ਨੂੰ ਕਿ ਉਹ ਨਹੀਂ ਕਰਨਾ, ਤੁਸੀਂ ਰਸ ਪੈਦਾ ਕਰ ਦਿੱਤਾ ਹੈ ਕਰਨ ਦਾ। ਅੱਜ ਜੋ ਸਮਾਜ ਵਿੱਚ ਇੰਨੀ ਅਸ਼ਾਂਤੀ ਨਜ਼ਰ ਆਉਂਦੀ ਹੈ, ਇਹ ਨੈਤਿਕ ਉਪਦੇਸ਼ਾਂ ਦਾ ਨਤੀਜਾ ਹੈ। ਜਿਹੜੇ ਤੁਹਾਡੇ ਗੁਰੂ ਬਣੇ ਬੈਠੇ ਹੈ, ਸਾਧੂ ਹੈ, ਸੰਨਿਆਸੀ ਹੈ, ਮਹਾਤਮਾ ਹੈ, 90% ਅਨੀਤੀ ਦੇ ਲਈ ਇਹ ਜ਼ਿੰਮੇਵਾਰ ਹੈ, ਕਿਉਂਕਿ ਇਹ ਰਸ ਪੈਦਾ ਕਰਵਾਉਂਦੇ ਰਹਿੰਦੇ ਹੈ। ਇਹ ਕਹਿੰਦੇ ਆ ਇਹ ਨਾ ਕਰੋ, ਇਹ ਨਾ ਕਰੋ, ਇਹ ਨਾ ਕਰੋ, ਤੇ ਜਿੱਥੇ ਜਿੱਥੇ ਕਹਿੰਦੇ ਹੈ ਇਹ ਨਾ ਕਰੋ, ਉੱਥੇ ਉੱਥੇ ਲੱਗਦਾ ਹੈ ਜ਼ਰੂਰ ਰਹੱਸ ਦਾ ਖਜ਼ਾਨਾ ਛੁਪਿਆ ਹੋਇਆ ਹੈ।
ਜਦ ਇੰਨੇ ਮਹਾਤਮਾ ਲੱਗੇ ਆ ਸਮਝਾਉਣ, ਤਾਂ ਜ਼ਰੂਰ ਕੋਈ ਗੱਲ ਹੋਏਗੀ, ਕੁਛ ਨਾ ਕੁਛ ਹੋਏਗਾ। ਨਹੀਂ ਤਾਂ ਇਉਂ ਇੰਨੇ ਮਹਾਤਮਾ ਸਮਾਂ ਜ਼ਾਇਆ ਕਰਨਗੇ ਆਪਣਾ। ਇਹ ਨਾ ਕਰੋ, ਮਨ ਹੁੰਦਾ ਹੈ ਕਿ ਖੋਜੋ, ਪਤਾ ਲਾਓ, ਇੱਕ ਰੋਗੀ ਰਸ ਪੈਦਾ ਹੋ ਗਿਆ। ਦੇਖ ਲਓ, ਕਿਸੇ ਫਿਲਮ ਦੇ ਨਾਲ ਲਾ ਦਿੱਤਾ ਜਾਏ ਓਨਲੀ ਫॉर ਐਡਲਟ, ਸਿਰਫ ਬਾਲਗਾਂ ਦੇ ਲਈ, ਫੇਰ ਦੇਖੋ ਛੋਟੇ ਬੱਚੇ ਵੀ ਦੁਆਨੀ ਦੀਆਂ ਮੁੱਛਾਂ ਖਰੀਦ ਕੇ ਤੇ ਲਾ ਕੇ ਉੱਥੇ ਖੜੇ ਹੋਣਗੇ, ਖੜੇ ਹੋ ਜਾਂਦੇ ਐ ਕਤਾਰ 'ਚ, ਕਿ ਜ਼ਰੂਰ ਕੋਈ ਮਾਮਲਾ ਹੈ, ਕੁਛ ਨਾ ਕੁਝ ਰਸ ਪੂਰਨ ਉੱਥੇ ਹੋ ਰਿਹਾ ਹੈ। ਬਹੁਤ ਮੁਸ਼ਕਿਲ ਹੈ ਨਿਸ਼ੇਧ ਤੋਂ ਬਚਣਾ। ਇਸ ਲਈ ਜਿਹੜੀਆਂ ਵੀ ਚੀਜ਼ਾਂ ਥੋਪੀਆਂ ਜਾਂਦੀਆਂ ਜ਼ਬਰਦਸਤੀ, ਉਹਨਾਂ ਨੂੰ ਤੋੜਨ 'ਚ ਰਸ ਆਉਣ ਲੱਗਦਾ ਹੈ। ਇੰਨੀ ਧਾਰਮਿਕਤਾ ਦਾ ਕਾਰਨ ਹੈ, ਇਹ ਹੈ ਕਿ ਧਰਮ ਆਰੋਪਣ ਹੈ। ਉਹ ਤੁਹਾਡੀ ਚੋਣ ਨਹੀਂ ਹੈ, ਉਹ ਤੁਹਾਡਾ ਨਿੱਜੀ ਸੰਕਲਪ ਨਹੀਂ ਹੈ। ਚੰਗਾ ਹੈ ਅਧਾਰਮਿਕ ਹੋਣਾ, ਪਰ ਦੂਜੇ ਦਾ ਧਰਮ ਸਿਰ ਤੇ ਢੋਣਾ ਚੰਗਾ ਨਹੀਂ ਹੈ, ਕਿਉਂਕਿ ਤਦ ਤੁਸੀਂ ਕਦੇ ਧਾਰਮਿਕ ਨਹੀਂ ਹੋ ਸਕੋਗੇ, ਤਦ ਤੁਸੀਂ ਝੂਠੇ ਹੀ ਰਹੋਗੇ। ਚੰਗਾ ਹੈ, ਸੁੱਟ ਦਿਓ ਉਧਾਰ ਨੂੰ। ਕੁਛ ਦਿਨ ਬਿਨਾਂ ਧਰਮ ਦੇ ਜਿਉਂ ਲਏ ਤਾਂ ਹਰਜ ਨਹੀਂ, ਲੇਕਿਨ ਬਿਨਾਂ ਧਰਮ ਦੇ ਕੋਈ ਵੀ ਆਦਮੀ ਬਹੁਤੇ ਦਿਨ ਜਿਉ ਨਹੀਂ ਸਕਦਾ, ਕਿਉਂਕਿ ਬਿਨਾਂ ਧਰਮ ਦੇ ਆਨੰਦ ਨੂੰ ਪਾਉਣ ਦਾ ਕੋਈ ਉਪਾਅ ਹੀ ਨਹੀਂ। ਇਸ ਲਈ ਮੈਂ ਭੈਮਾਨ ਨਹੀਂ ਹਾਂ, ਮੈਂ ਕਹਿੰਦਾ ਬਿਹਤਰ ਹੈ ਬਿਨਾਂ ਧਰਮ ਦੇ ਹੋਵੋ, ਪਰ ਥੋਪਿਆ ਧਰਮ ਖਤਰਨਾਕ ਹੈ, ਕਿਉਂਕਿ ਉਹ ਥੋਪੇ ਹੋਏ ਧਰਮ ਦੇ ਕਾਰਨ ਤੁਹਾਡੇ ਮਨ 'ਚ ਧਰਮ ਦੇ ਪ੍ਰਤੀ ਵਿਰੋਧ ਪੈਦਾ ਹੋ ਜਾਂਦਾ ਹੈ। ਗਹਿਰੇ 'ਚ ਵਿਰੋਧ ਰਹਿੰਦਾ ਹੈ, ਉੱਪਰ ਧਰਮ ਰਹਿੰਦਾ ਹੈ। ਤੁਸੀਂ ਦੋ ਹਿੱਸਿਆਂ 'ਚ ਵੰਡੇ ਜਾਂਦੇ ਹੋ, ਫਿਰ ਤੁਸੀਂ ਖੋਜ ਦੇ ਲਈ ਵੀ ਨਹੀਂ ਜਾਂਦੇ। ਤੇ ਜਦ ਵੀ ਕਿਤੇ ਧਰਮ ਦੀ ਗੱਲ ਉੱਠਦੀ ਹੈ, ਤੁਹਾਨੂੰ ਲੱਗਦਾ ਹੈ ਕਿ ਠੀਕ ਹੈ, ਧਰਮ ਦਾ ਸਾਨੂੰ ਪਤਾ ਹੀ ਹੈ, ਧਰਮ ਤਾਂ ਅਸੀਂ ਜਾਣਦੇ ਹੀ ਹਾਂ, ਤੇ ਜਿਹੜਾ ਉਦਾਰਾ ਆਰੋਪਤ ਸੰਸਕਾਰਤ ਧਰਮ ਹੈ, ਇਹ ਤੁਹਾਡਾ ਰਾਹ ਨਹੀਂ ਹੈ। ਇਸ ਵਿੱਚ ਹੋਰ ਵੀ ਖਤਰੇ ਹੈ। ਇੱਕ ਤਾਂ ਧਰਮ ਸੰਸਥਾ ਨਹੀਂ ਬਣਨਾ ਚਾਹੀਦਾ, ਧਰਮ ਕ੍ਰਾਂਤੀ ਹੈ। ਹਰੇਕ ਵਿਅਕਤੀ ਨੂੰ ਆਪਣਾ ਧਰਮ ਚੁਣਨਾ ਚਾਹੀਦਾ ਹੈ, ਆਪਣਾ ਰਾਹ ਚੁਣਨਾ ਚਾਹੀਦਾ ਹੈ, ਕਿਉਂਕਿ ਜਿਸ ਨਾਲ ਮੋਕਸ਼ ਮਿਲਣ ਵਾਲਾ ਹੈ, ਉਹ ਦੂਜੇ ਦਾ ਦਿੱਤਾ ਹੋਇਆ ਕਿਵੇਂ ਮੋਕਸ਼ ਤੱਕ ਲੈ ਜਾਏਗਾ। ਜ਼ਰਾ ਸੋਚੋ, ਜਿਸ ਤੋਂ ਪਰਮ ਮੁਕਤੀ ਮਿਲਣ ਵਾਲੀ ਹੈ, ਉਹਦਾ ਪਹਿਲਾ ਪੜਾਅ ਹੀ ਗੁਲਾਮੀ ਹੈ, ਫਿਰ ਉਹ ਤੋਂ ਮੁਕਤੀ ਕਿਵੇਂ ਮਿਲੇਗੀ। ਕੋਈ ਤੁਹਾਨੂੰ ਕਹਿ ਰਿਹਾ ਹੋਏ ਕਿ ਪਰਮ ਮੁਕਤੀ ਮਿਲੇਗੀ, ਪਹਿਲਾਂ ਕੈਦਖਾਨੇ 'ਚ ਤੁਹਾਨੂੰ ਕੈਦ ਕਰਨ ਦਿਓ, ਪਰਮ ਮੁਕਤੀ ਮਿਲੇਗੀ। ਹਿੱਕ ਨਾਲ ਪੱਥਰ ਲਮਕਾ ਲੈਣ ਦਿਓ, ਤਾਂ ਤੁਸੀਂ ਮੰਨੋਗੇ ਪਰਮ ਮੁਕਤੀ ਵੱਲ ਲਿਜਾ ਰਹੇ ਹੋ। ਹੁਣ ਹੀ ਮੈਂ ਕਾਫੀ ਮੁਕਤ ਹਾਂ, ਤੁਸੀਂ ਜੋ ਦੱਸ ਰਹੇ ਹੋ ਕਿ ਉਹ ਹੋਰ ਵੀ ਗੁਲਾਮੀ ਹੋ ਜਾਏਗੀ। ਮੁਕਤੀ ਤਾਂ ਮੁਕਤ ਹੋਣ ਨਾਲ ਮਿਲੇਗੀ। ਮੁਕਤੀ ਦਾ ਪਹਿਲਾ ਕਦਮ ਮੁਕਤੀ ਹੀ ਹੋਏਗਾ, ਤੇ ਪਹਿਲੀ ਮੁਕਤੀ ਜ਼ਰੂਰੀ ਹੈ ਕਿ ਦੂਜਿਆਂ ਵੱਲੋਂ ਦਿੱਤੇ ਗਏ ਧਰਮ ਤੋਂ ਮੁਕਤੀ। ਆਪਣੇ ਰਾਹ ਦੀ ਖੋਜ ਕਰੋ, ਇਹ ਸੂਤਰ ਦਾ ਅਰਥ ਹੈ। ਡਰੋ ਨਾ, ਭੈਮਾਨ ਨਾ ਹੋਵੋ। ਜ਼ਰੂਰੀ ਨਹੀਂ ਕਿ ਜਿਸ ਧਰਮ 'ਚ ਤੁਸੀਂ ਸੰਜੋਗ ਨਾਲ ਪੈਦਾ ਹੋਏ ਹੋ, ਜੋ ਸੰਸਕਾਰ ਤੁਹਾਡੇ ਤੇ ਪਾ ਦਿੱਤੇ ਗਏ ਆ, ਤੁਹਾਡੇ ਕੰਮ ਦੇ ਨਾ ਹੋਣ। ਇਹ ਵੀ ਜ਼ਰੂਰੀ ਨਹੀਂ ਹੈ, ਕੰਮ ਦੇ ਵੀ ਨਾ ਹੋਣ, ਖਤਰਨਾਕ ਵੀ ਹੋਣ, ਰੁਕਾਵਟ ਵੀ ਹੋਣ। ਇਹਨੂੰ ਜ਼ਰਾ ਸੋਚਣਾ। ਮੀਰਾ ਹੈ, ਨੱਚਦੀ ਹੈ, ਗਾਉਂਦੀ ਹੈ, ਉਹਦੀ ਸਮਾਧੀ ਨਾਚ ਬਣ ਗਈ ਹੈ। ਕੀ ਤੁਸੀਂ ਮਹਾਵੀਰ ਨੂੰ ਨੱਚਦਾ ਹੋਇਆ ਸੋਚ ਸਕਦੇ ਹੋ ਕਿ ਨੱਚ ਰਹੇ ਹਨ ਮਹਾਵੀਰ? ਬੜਾ ਬੇਤੁਕਾ ਲੱਗੇਗਾ, ਸੋਚਣ 'ਚ ਹੀ ਬੇਤੁਕਾ ਲੱਗੇਗਾ। ਮਹਾਵੀਰ ਤੇ ਨੱਚ ਰਹੇ ਹੈ, ਜਚੇਗੀ ਨਹੀਂ ਗੱਲ। ਕਲਪਨਾ ਵੀ ਕਰਨੀ ਮੁਸ਼ਕਿਲ ਹੈ। ਅਜੇ ਤੱਕ ਕਿਸੇ ਨੇ ਸੁਪਨਾ ਵੀ ਨਹੀਂ ਦੇਖਿਆ ਕਿ ਮਹਾਵੀਰ ਨੱਚ ਰਹੇ ਹੈ। ਮੋਰ ਮੁਕਟ ਬੰਨੇ ਹੈ, ਉਹ ਬੜੇ ਬੇਤੁਕੇ ਲੱਗਣਗੇ, ਹਾਸੋਹੀਣੇ ਲੱਗਣਗੇ। ਲੇਕਿਨ ਮੀਰਾ ਜੇਕਰ ਨੱਚੇ ਨਾ, ਬੈਠ ਜਾਏ ਮਹਾਵੀਰ ਵਾਂਗ ਪੱਥਰ ਦੀ ਮੂਰਤੀ ਬਣ ਕੇ ਬਿਰਛ ਦੇ ਹੇਠਾਂ, ਉਹ ਵੀ ਨਹੀਂ ਜਚੇਗੀ। ਮੀਰਾ ਦੀ ਸ਼ਖਸੀਅਤ ਮਹਾਵੀਰ ਦੀ ਸ਼ਖਸੀਅਤ ਨਾਲੋਂ ਜੁਦਾ ਹੈ। ਉਹਦਾ ਮੋਕਸ਼ ਨਾਚ ਦੇ ਰਾਹ ਤੋਂ ਆਏਗਾ, ਮਹਾਵੀਰ ਦਾ ਮੋਕਸ਼ ਮੌਨ, ਸ਼ਾਂਤ, ਥਿਰ ਹੋ ਕੇ ਆਏਗਾ, ਤੇ ਦੋਨੋਂ ਮੋਕਸ਼ ਦੇ ਵੱਲ ਜਾਣਗੇ, ਪਰ ਆਪੋ ਆਪਣੇ ਢੰਗ ਨਾਲ। ਕ੍ਰਿਸ਼ਨ ਤੇ ਕ੍ਰਾਈਸਟ ਨੂੰ ਨਾਲ-ਨਾਲ ਖਿਲਾਰ ਕੇ ਸੋਚੋ, ਬੜੀ ਮੁਸ਼ਕਿਲ ਹੋਏਗੀ। ਜੀਸਸ ਨੂੰ ਮੰਨਣ ਵਾਲੇ ਕਹਿੰਦੇ ਆ ਕਿ ਕ੍ਰਾਈਸਟ ਕਦੇ ਹੱਸੇ ਨਹੀਂ, ਕਿਉਂਕਿ ਜਗਤ 'ਚ ਇੰਨੀ ਪੀੜ ਹੈ, ਇੰਨਾ ਦੁੱਖ ਹੈ, ਕਿਵੇਂ ਹੱਸਣ। ਪਰਮ ਗਿਆਨੀ ਕਿਵੇਂ ਹੱਸੇਗਾ। ਇੱਧਰ ਕ੍ਰਿਸ਼ਨ ਹੰਨ ਕੇ ਨੱਚ ਰਹੇ ਹੈ, ਬੰਸਰੀ ਵਜਾ ਰਹੇ ਹੈ, ਗੋਪੀਆਂ ਦੇ ਨਾਲ ਰਸ ਚੱਲ ਰਿਹਾ ਹੈ, ਤੇ ਜੀਸਸ ਨੂੰ ਮੰਨਣ ਵਾਲਾ ਕਦੇ ਸੋਚ ਹੀ ਨਹੀਂ ਸਕਦਾ ਕਿ ਕ੍ਰਿਸ਼ਨ ਪਰਮ ਗਿਆਨੀ ਹੋ ਸਕਦੇ ਆ, ਕਿਉਂਕਿ ਇੰਨੀ ਖੁਸ਼ੀ ਪਰਮ ਗਿਆਨੀ ਨੂੰ ਸ਼ੋਭਾ ਨਹੀਂ ਦਿੰਦੀ। ਕ੍ਰਿਸ਼ਨ ਨੂੰ ਮੰਨਣ ਵਾਲਾ ਸੋਚ ਨਹੀਂ ਸਕਦਾ ਕਿ ਇਹ ਉਦਾਸ ਲੰਬੂਤਰੇ ਚਿਹਰੇ ਵਾਲਾ ਆਦਮੀ ਜੀਸਸ, ਇਹ ਪਰਮ ਗਿਆਨੀ ਹੋ ਸਕਦਾ ਹੈ। ਅਜਿਹੀ ਉਦਾਸੀ, ਮੁਰਦਗੀ, ਇਹ ਪਰਮ ਗਿਆਨੀ ਨੂੰ ਸ਼ੋਭਾ ਨਹੀਂ ਦਿੰਦੀ। ਪਰਮ ਗਿਆਨੀ ਤਾਂ ਆਨੰਦ ਨਾਲ ਭਰਪੂਰ ਹੁੰਦੇ ਆ। ਲੇਕਿਨ ਕ੍ਰਾਈਸਟ ਵੀ ਪਹੁੰਚਦੇ ਆਪਣੇ ਰਾਹ ਤੋਂ। ਜਗਤ ਦੀ ਪੀੜ ਨਾਲ ਜਿਹੜਾ ਆਪਣੇ ਆਪ ਨੂੰ ਇੱਕ ਮਿੱਕ ਕਰ ਲੈਂਦਾ ਹੈ, ਸਾਰੇ ਜਗਤ ਦੀ ਪੀੜ ਨੂੰ, ਜਿਹੜਾ ਆਪਣੇ ਉੱਪਰ ਲੈ ਲੈਂਦਾ ਹੈ, ਜਿਹੜਾ ਆਪੇ ਨੂੰ ਭੁੱਲ ਜਾਂਦਾ ਹੈ, ਸਾਰੇ ਜਗਤ ਦੀ ਪੀੜ ਨਾਲ ਇੱਕ ਹੋ ਜਾਂਦਾ, ਉਹ ਵੀ ਪਹੁੰਚਦਾ ਹੈ, ਉਹ ਵੀ ਇੱਕ ਰਾਹ ਹੈ। ਤੇ ਜਿਹੜਾ ਸਾਰੀ ਪੀੜ ਨੂੰ ਭੁੱਲ ਜਾਂਦਾ ਹੈ, ਆਨੰਦ 'ਚ ਇੰਨਾ ਲੀਨ ਹੋ ਜਾਂਦਾ ਹੈ ਕਿ ਇਸ ਜਗਤ 'ਚ ਪੀੜ ਹੈ,
ਇਹਦਾ ਜਿਹਨੂੰ ਪਤਾ ਵੀ ਨਹੀਂ ਲੱਗਦਾ, ਜਿਹੜਾ ਇਸ ਵਜੂਦ ਦੇ ਉਤਸਵ 'ਚ ਇੱਕ ਰਸ ਹੋ ਜਾਂਦਾ ਹੈ, ਜਿਹੜਾ ਰਾਸ ਵਿੱਚ ਡੁੱਬ ਜਾਂਦਾ ਹੈ, ਉਹ ਵੀ ਪਹੁੰਚ ਜਾਂਦਾ ਹੈ। ਲੇਕਿਨ ਪਹੁੰਚਣ ਦੇ ਰਾਹ ਵੱਖੋ ਵੱਖਰੇ ਹਨ। ਹੁਣ ਇਹ ਮੈਂ ਇਸ ਲਈ ਕਹਿ ਰਿਹਾ, ਜੇ ਤੁਹਾਡਾ ਰਾਹ ਨਾਚ ਦਾ ਹੋਵੇ, ਤੁਸੀਂ ਮਹਾਂਵੀਰ ਨੂੰ ਮੰਨਣ ਵਾਲਿਆਂ ਦੇ ਘਰ ਪੈਦਾ ਹੋ ਗਏ ਹੋ, ਤੇ ਤੁਸੀਂ ਮੁਸ਼ਕਿਲ 'ਚ ਪਾਓਗੇ, ਕਿਉਂਕਿ ਤੁਹਾਡਾ ਕਿਤੇ ਤਾਲਮੇਲ ਨਹੀਂ ਬੈਠੇਗਾ। ਤੁਸੀਂ ਹਮੇਸ਼ਾ ਪਾਓਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਲ ਨਹੀਂ ਬੈਠ ਰਿਹਾ। ਚੇਤਨ ਮਨ 'ਚ ਤੁਸੀਂ ਸਮਝੋਗੇ ਤੁਸੀਂ ਜੈਨੀ ਹੋ, ਤੁਹਾਡੀ ਪੂਰੀ ਸ਼ਖਸੀਅਤ ਦਾ ਢਾਂਚਾ ਜਿਹੜਾ ਹੈ, ਉਹ ਕਿਸੇ ਭਗਤ ਦਾ ਹੈ, ਤੁਸੀਂ ਅੜਚਨ 'ਚ ਪਾਓਗੇ। ਤੇ ਜੇ ਤੁਸੀਂ ਮਹਾਂਵੀਰ ਵਰਗੀ ਸ਼ਖਸੀਅਤ ਦੇ ਆਦਮੀ ਹੋ, ਕਿਤੇ ਕ੍ਰਿਸ਼ਨ ਨੂੰ ਮੰਨਣ ਵਾਲਿਆਂ ਦੇ ਘਰ 'ਚ ਪੈਦਾ ਹੋ ਗਏ, ਤੁਹਾਨੂੰ ਉੱਪਰੋਂ ਲੱਗੇਗਾ ਕਿ ਠੀਕ ਹੈ, ਪਰ ਅੰਦਰੋਂ ਲੱਗੇਗਾ ਸਭ ਗਲਤ ਹੈ। ਤਾਂ ਤੁਸੀਂ ਪਖੰਡੀ ਹੋ ਜਾਓਗੇ। ਜੋ ਤੁਸੀਂ ਕਰੋਗੇ ਤੁਹਾਡੀ ਸ਼ਖਸੀਅਤ ਨਾਲ ਮੇਲ ਨਹੀਂ ਖਾਏਗਾ। ਇਸ ਲਈ ਅਸਲੀ ਪ੍ਰਮਾਣਿਕ ਨਹੀਂ ਹੋਏਗਾ, ਤੇ ਜੇ ਤੁਸੀਂ ਕਰਨਾ ਚਾਹੋਗੇ ਉਹ ਤੁਸੀਂ ਨਹੀਂ ਕਰ ਪਾਓਗੇ, ਕਿਉਂਕਿ ਤੁਹਾਡਾ ਜੋ ਸੰਸਕਾਰ ਉਲਟ ਪੈ ਜਾਏਗਾ। ਜੇ ਅਸੀਂ ਸਾਰੀ ਮਨੁੱਖਤਾ ਨੂੰ ਅਜਿਹੀ ਉਲਝਣ 'ਚ ਪਾ ਦਿੱਤਾ ਹੈ, ਤਾਂ ਉਹਦਾ ਕਾਰਨ ਇਹ ਹੈ ਕਿ ਸਾਰੇ ਧਰਮਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ, ਪਰ ਚੋਣ ਆਪਣੀ ਚਾਹੀਦੀ ਹੈ। ਕੋਈ ਦੂਜਾ ਚੋਣ ਨਾ ਕਰੇ। ਚੰਗੀ ਦੁਨੀਆ ਪੈਦਾ ਹੋ ਸਕਦੀ ਹੈ, ਖੁੱਲਾ ਛੱਡ ਦਿੱਤਾ ਜਾਏ ਵਿਅਕਤੀ ਨੂੰ ਕਿ ਆਪਣੀ ਖੋਜ ਕਰ ਲਏ, ਜੋ ਵੀ ਖੋਜ ਲਵੇ ਉਹਦਾ ਸਵਾਗਤ ਹੋਵੇ, ਉਹਦੇ ਗਹਿਰੇ ਨਤੀਜੇ ਹੋਣਗੇ। ਇਸ ਨਾਲ ਇੱਕ ਤਾਂ ਧਰਮ ਦੇ ਪ੍ਰਤੀ ਜੋ ਬਗਾਵਤ ਪੈਦਾ ਹੋ ਜਾਂਦੀ ਉਹ ਪੈਦਾ ਨਹੀਂ ਹੋਏਗੀ, ਤੇ ਦੁਨੀਆ ਚੋਂ ਨਾਸਤਕ ਘੱਟ ਹੋ ਜਾਣਗੇ। ਨਾਸਤਕਤਾ ਪੈਦਾ ਹੁੰਦੀ ਹੈ ਜ਼ਬਰਦਸਤੀ ਥੋਪੀ ਗਈ ਆਸਤਕਤਾ ਦੇ ਪ੍ਰਤੀਕਰਮ ਵਿੱਚ। ਦੁਨੀਆ ਤੋਂ ਨਾਸਤਿਕਤਾ ਘਟ ਜਾਏਗੀ, ਦੁਨੀਆ ਦੇ ਨਾਲ ਤਾਲਮੇਲ ਨਾ ਬੈਠਣ ਵਾਲੀ ਵਿਵਸਥਾ ਕਮਜ਼ੋਰ ਹੋ ਜਾਏਗੀ। ਜਿਸ ਨਾਲ ਤਾਲਮੇਲ ਬੈਠੇਗਾ ਉਹੀ ਅਸੀਂ ਚੁਣਾਂਗੇ। ਇੱਕ ਰਸ ਪੈਦਾ ਹੋਏਗਾ, ਇੱਕ ਪ੍ਰੇਮ ਪੈਦਾ ਹੋਏਗਾ। ਜੋ ਅਸੀਂ ਚੁਣਿਆ ਹੈ ਉਹ ਸਾਡੀ ਨਿੱਜੀ ਖੋਜ ਹੋਏਗੀ। ਜੋ ਮੇਰੀ ਖੋਜ ਹੈ ਉਸ 'ਚ ਮੈਨੂੰ ਰੁਚੀ ਹੁੰਦੀ ਹੈ, ਜੋ ਮੇਰੀ ਖੋਜ ਹੈ ਉਸ ਵਿੱਚ ਮੈਨੂੰ ਆਨੰਦ ਆਉਂਦਾ ਹੈ, ਉਹਦੇ ਲਈ ਮੈਂ ਸਭ ਦਾਅ ਤੇ ਲਾ ਸਕਦਾ। ਤੇ ਜਦ ਤੱਕ ਤੁਸੀਂ ਸਭ ਕੁਝ ਦਾਅ ਤੇ ਨਾ ਲਾ ਸਕੋ ਆਪਣੇ ਧਰਮ ਦੀ ਖਾਤਰ, ਤਦ ਤੱਕ ਸਾਡੇ ਜੀਵਨ 'ਚ ਕੋਈ ਕ੍ਰਾਂਤੀ ਨਹੀਂ ਵਾਪਰ ਸਕਦੀ। ਤੇ ਜੇ ਇੱਕ-ਇੱਕ ਘਰ 'ਚ ਕਈ-ਕਈ ਧਰਮਾਂ ਦੇ ਲੋਕ ਹੋ ਜਾਣਗੇ, ਦੁਨੀਆ ਤੋਂ ਦੰਗੇ ਫਸਾਦ ਖਤਮ ਹੋ ਸਕਦੇ ਆ। ਇੱਕ ਹੀ ਉਪਾਅ ਹੈ ਕਿ ਇੱਕ ਘਰ 'ਚ ਕਈ ਧਰਮਾਂ ਦੇ ਲੋਕ ਹੋਣ, ਬਸ ਹੋਰ ਕੋਈ ਉਪਾਅ ਹੀ ਨਹੀਂ ਹੈ। ਬਾਪ ਈਸਾਈ ਹੋਵੇ, ਬੇਟਾ ਜੈਨੀ ਹੋਵੇ, ਪਤਨੀ ਮੁਸਲਮਾਨ ਹੋਵੇ, ਬਹੂ ਬੋਧੀ ਹੋਵੇ, ਤੇ ਇੱਕ ਨੂੰ ਕਨਫਿਊਸੀ ਹੋਵੇ, ਇੱਕ ਘਰ 'ਚ ਕਈ ਧਰਮਾਂ ਦੇ ਲੋਕ ਹੋਣ ਤਾਂ ਦੰਗਾ ਨਹੀਂ ਹੋ ਸਕਦਾ। ਕਿਸ ਨਾਲ ਲੜਨ ਜਾਓਗੇ? ਜੇ ਹਿੰਦੂ ਮੁਸਲਮਾਨ ਦੰਗਾ ਹੋ ਜਾਏ ਤਾਂ ਕੀ ਕਰੋਗੇ ਫਿਰ? ਤੁਹਾਡੀ ਪਤਨੀ ਮੁਸਲਮਾਨ ਹੈ, ਉਹ ਮੁਸਲਮਾਨ ਦੇ ਨਾਲ ਖੜੀ ਹੋਏਗੀ। ਤੁਹਾਡੀ ਬੇਟੀ ਬੋਧੀ ਹੈ, ਉਹ ਬੋਧੀ ਦੇ ਨਾਲ ਖੜਾ ਹੈ। ਤੁਹਾਡਾ ਇੱਕ ਭਾਈ ਜੈਨੀ ਹੈ, ਉਹ ਜੈਨੀ ਦੇ ਨਾਲ ਖੜਾ ਹੋਏਗਾ। ਘਰ 'ਚ ਕਿਵੇਂ ਪਾਕਿਸਤਾਨ ਕੱਟੋਗੇ? ਬਹੁਤ ਮੁਸ਼ਕਿਲ ਹੋ ਜਾਏਗਾ। ਜਦ ਤੱਕ ਪੂਰੇ ਦਾ ਪੂਰਾ ਘਰ ਇੱਕ ਧਰਮ ਵਿੱਚ ਹੈ, ਤਦ ਤੱਕ ਦੁਨੀਆ ਤੋਂ ਝਗੜੇ ਫਸਾਦ ਬੰਦ ਨਹੀਂ ਹੋ ਸਕਦੇ, ਕਿਉਂਕਿ ਤੁਸੀਂ ਬਚ ਸਕਦੇ ਹੋ ਆਸਾਨੀ ਨਾਲ। ਜਿਨ੍ਹਾਂ ਨਾਲ ਤੁਹਾਡਾ ਲਗਾਅ ਹੈ, ਉਹ ਸਭ ਤੁਹਾਡੇ ਧਰਮ ਦੇ ਹਨ। ਜਿਨ੍ਹਾਂ ਨਾਲ ਤੁਹਾਡੇ ਸੰਬੰਧ ਹਨ, ਪ੍ਰੇਮ ਹੈ, ਉਹ ਸਭ ਤੁਹਾਡੇ ਧਰਮ ਦੇ ਹਨ। ਪਰ ਇੱਕ ਘਰ 'ਚ 10 ਧਰਮਾਂ ਦੇ ਲੋਕ ਹਨ, ਤਾਂ ਤੁਹਾਡਾ ਆਪਣੀ ਪਤਨੀ ਨਾਲ ਪ੍ਰੇਮ ਹੈ, ਉਹ ਮੁਸਲਮਾਨ ਹੈ, ਤੁਸੀਂ ਮੁਸਲਮਾਨ ਨਾਲ ਲੜ ਨਹੀਂ ਸਕਦੇ। ਭਾਵੇਂ ਕੋਈ ਕਿੰਨਾ ਚਿੱਲਾਵੇ ਹਿੰਦੂ ਮੁਸਲਿਮ ਭਾਈ ਭਾਈ, ਕੋਈ ਕਿੰਨਾ ਹੀ ਕਹੇ ਈਸ਼ਵਰ ਅੱਲਾ ਤੇਰੇ ਨਾਮ, ਸਭ ਫਜ਼ੂਲ ਹੈ। ਇਹਨਾਂ ਗੱਲਾਂ ਨਾਲ ਕੁਝ ਹੋਣ ਵਾਲਾ ਨਹੀਂ ਹੈ। ਜਦ ਤੱਕ ਇੱਕ-ਇੱਕ ਘਰ ਦੀ ਵਿਵਸਥਾ 'ਚ ਅਨੇਕਾਂ ਧਰਮ ਦਾਖਲ ਨਾ ਹੋ ਜਾਣ, ਤਦ ਕਹਿਣ ਦੀ ਲੋੜ ਨਹੀਂ ਪਏਗੀ ਕਿ ਹਿੰਦੂ ਮੁਸਲਿਮ ਭਾਈ-ਭਾਈ। ਉਹ ਹੋਣਗੇ, ਇਹ ਤਾਂ ਕਹਿਣਾ ਪੈਂਦਾ ਇਸ ਲਈ ਕਿ ਉਹ ਨਹੀਂ ਹੈ। ਇਹ ਝੂਠ ਹੈ, ਇਹ ਸਰਾਸਰ ਝੂਠ ਹੈ, ਚਾਲਬਾਜ਼ੀ ਹੈ, ਕੂਟਨੀਤੀ ਦੇ ਸਿਵਾਏ ਕੁਝ ਵੀ ਨਹੀਂ ਹੈ। ਇਹ ਜੋ ਸੂਤਰ ਹੈ, ਬਹੁਤ ਕ੍ਰਾਂਤੀਕਾਰੀ ਹੈ। ਰਾਹ ਦੀ ਖੋਜ ਕਰੋ, ਰਾਹ ਤੁਹਾਡੇ ਕੋਲ ਹੈ ਨਹੀਂ। ਜਨਮ ਤੋਂ ਮਿਲਦਾ ਨਹੀਂ, ਸੰਸਕਾਰ ਤੋਂ ਹਾਸਲ ਨਹੀਂ ਹੁੰਦਾ। ਤੁਹਾਨੂੰ ਆਪਣਾ ਰਾਹ ਲੱਭਣਾ ਹੀ ਪਏਗਾ। ਭੁੱਲ ਹੋਏਗੀ, ਚੁੱਕ ਹੋਏਗੀ, ਹੁਣ ਦਿਓ। ਭਟਕੋਗੇ, ਭਟਕੋ। ਮੁਰਦਾ ਸੁਰੱਖਿਆ ਨਾਲੋਂ ਜਿਉਂਦੀ ਅਸੁਰੱਖਿਆ ਬਿਹਤਰ ਹੈ। ਭਟਕਣਾ ਚੰਗਾ ਹੈ, ਕਿਉਂਕਿ ਭਟਕ ਕੇ ਹੀ ਖੋਜਿਆ ਜਾ ਸਕਦਾ ਹੈ। ਬਿਨਾਂ ਭਟਕੇ ਮੁਫ਼ਤ ਕਿਸੇ ਹੋਰ ਥਾਂ ਜੋ ਮਿਲ ਜਾਂਦਾ ਹੈ, ਉਹ ਕਿਤੇ ਵੀ ਨਹੀਂ ਲੈ ਜਾਂਦਾ। ਆਪਣੇ ਰਾਹ ਦੀ ਖੋਜ ਵਿੱਚ ਕਈ ਰੁਕਾਵਟਾਂ ਖੜੀਆਂ ਹੋਣਗੀਆਂ। ਤੁਸੀਂ ਇੱਥੇ ਬੈਠੇ ਹੋ, ਜਦ ਵੀ ਮੈਂ ਕੁਝ ਬੋਲਦਾ ਤਾਂ ਤੁਸੀਂ ਪੂਰਾ ਸਮਾਂ ਅੰਦਰ ਤੋਲਦੇ ਰਹਿੰਦੇ ਹੋ। ਆਪਣੇ ਧਰਮ ਨਾਲ ਮੇਲ ਖਾਂਦਾ ਹੈ ਕਿ ਨਹੀਂ, ਖੋਜ ਨਹੀਂ ਹੋ ਸਕਦੀ, ਤੁਹਾਡੀ ਖੋਪੜੀ 'ਚ ਚੱਲਦਾ ਹੀ ਰਹਿੰਦਾ ਹੈ। ਗੀਤਾ ਵਿੱਚ ਇਹ ਅਜਿਹਾ ਲਿਖਿਆ ਹੈ ਕਿ ਨਹੀਂ, ਕੁਰਾਨ 'ਚ ਅਜਿਹਾ ਹੁੰਦਾ ਹੈ ਕਿ ਨਹੀਂ, ਕਿ ਮਹਾਵੀਰ ਸਵਾਮੀ ਨੇ ਅਜਿਹਾ ਕਿਹਾ ਹੈ ਕਿ ਨਹੀਂ। ਜੇ ਤਾਂ ਕਿਹਾ ਤਾਂ ਠੀਕ, ਤੇ ਜੇ ਨਹੀਂ ਕਿਹਾ ਤਾਂ ਗਲਤ। ਤੇ ਤੁਸੀਂ ਕੀ ਸਵਾਹ ਖੋਜ ਕਰੋਗੇ? ਤੁਸੀਂ ਪਹਿਲਾਂ ਤੋਂ ਮੰਨ ਕੇ ਬੈਠੇ ਹੋ ਕਿ ਕੀ ਠੀਕ ਹੈ, ਕੀ ਗਲਤ ਹੈ। ਇਹ ਤੁਸੀਂ ਤੈਅ ਹੀ ਕੀਤਾ ਹੋਇਆ, ਤੇ ਜਦ ਤੈਅ ਹੀ ਕਰ ਰੱਖਿਆ ਤਾਂ ਕੀ ਖੋਜ ਹੋਏਗੀ? ਖੋਜ ਉਹੀ ਕਰ ਸਕਦਾ ਹੈ ਜਿਹਨੇ ਤੈਅ ਨਹੀਂ ਕੀਤਾ ਹੋਇਆ। ਜੇ ਮੈਂ ਕੁਝ ਕਹਿ ਰਿਹਾ ਜਾਂ ਕੋਈ ਕੁਝ ਵੀ ਕਹਿ ਰਿਹਾ,
ਉਹਦੇ ਪ੍ਰਤੀ ਬੜਾ ਨਿਰਪੱਖ ਭਾਵ ਹੋਣਾ ਚਾਹੀਦਾ ਹੈ। ਪਹਿਲਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਿਛਲੀਆਂ ਧਾਰਨਾਵਾਂ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਕਿ ਤੁਸੀਂ ਵਿਚਾਲੇ ਨਾ ਆਓ, ਕਿਉਂਕਿ ਉਹਨਾਂ ਦੇ ਆਉਣ 'ਤੇ ਤਾਂ ਸਮਝਣਾ ਅਸੰਭਵ ਹੈ। ਉਹਨਾਂ ਨੂੰ ਇੱਕ ਪਾਸੇ ਰੱਖ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਕਿਹਾ ਜਾਏ ਉਹ ਮੰਨ ਲੈਣ। ਮੰਨਣ ਦੀ ਜ਼ਰੂਰਤ ਨਹੀਂ ਹੈ। ਸਮਝਣਾ ਤੇ ਜਦ ਪੂਰੀ ਤਰ੍ਹਾਂ ਸਮਝ ਲਓ ਤਾਂ ਦੋਨਾਂ ਨੂੰ ਤੋਲਣਾ, ਤੇ ਜਦ ਦੋਨਾਂ ਨੂੰ ਤੋਲੋ ਤਾਂ ਦੋਨਾਂ ਤੋਂ ਦੂਰ ਖੜੇ ਹੋ ਕੇ ਤੋਲਣਾ। ਇਹ ਨਾ ਕਹਿਣਾ ਕਿ ਇੱਕ ਮਾਨਤਾ ਮੇਰੀ ਇੱਕ ਤੁਹਾਡੀ, ਤਾਂ ਫਿਰ ਤੁਸੀਂ ਤੋਲ ਨਹੀਂ ਪਾਓਗੇ, ਕਿਉਂਕਿ ਜੋ ਤੁਹਾਡੀ ਮਾਨਤਾ ਹੈ ਉਹਨੂੰ ਤੁਸੀਂ ਜਿਤਾ ਲਓਗੇ। ਇਸ ਵਿੱਚ ਤਾਂ ਤੁਸੀਂ ਬੇਈਮਾਨੀ ਕਰੋਗੇ, ਫਿਰ ਤੁਸੀਂ ਜੱਜ ਨਹੀਂ ਹੋ, ਫਿਰ ਤਾਂ ਇੱਕ ਪੱਖ ਨਾਲ ਤੁਹਾਡਾ ਸੰਬੰਧ ਹੈ, ਤੁਸੀਂ ਸੰਬੰਧਤ ਹੋ, ਤਾਂ ਤੁਸੀਂ ਨਿਆਂਪੂਰਨ ਨਾ ਹੋ ਸਕੋਗੇ। ਤੇ ਜਿਸ ਵਿਅਕਤੀ ਨੇ ਰਾਹ ਦੀ ਖੋਜ ਕਰਨੀ ਹੈ, ਉਹਨੂੰ ਆਪਣੇ ਆਪ ਨੂੰ ਸਾਰੇ ਰਾਹਾਂ ਤੋਂ ਨਿਰਲੱਗ ਰੱਖਣਾ ਜ਼ਰੂਰੀ ਹੈ। ਜੈਨੀ ਹੋ, ਜੈਨੀ ਹੋਣ ਨੂੰ ਇੱਕ ਪਾਸੇ ਰੱਖ ਦਿਓ, ਮੁਸਲਮਾਨ ਨੂੰ ਇੱਕ ਪਾਸੇ ਰੱਖ ਦਿਓ। ਜੋ ਵੀ ਖੋਜ ਰਹੀ ਹੋ ਉਹਨੂੰ ਪੂਰਾ ਸਮਝੋ, ਅਨੁਭਵ 'ਚ ਦੇਖੋ, ਫਿਰ ਦੋਹਾਂ ਨੂੰ ਤੋਲੋ, ਤੇ ਦੋਹਾਂ ਨੂੰ ਤੋਲਦੇ ਸਮੇਂ ਕਿਸੇ ਪੱਖ ਵਿੱਚ ਖੁਦ ਖੜੇ ਨਾ ਹੋ, ਦੋਨਾਂ ਤੋਂ ਦੂਰ ਖੜੇ ਹੋ ਕੇ ਤੋਲੋ। ਤਦ ਜੇਕਰ ਠੀਕ ਲੱਗੇ, ਮੁਸਲਮਾਨ ਜੋ ਕਹਿੰਦਾ ਹੈ ਠੀਕ ਹੈ, ਉਹਦੇ ਪਿੱਛੇ ਲੱਗੋ, ਧਿਆਨ ਰਹੇ, ਤਦ ਉਹ ਵੀ ਤੁਹਾਡੀ ਖੋਜ ਹੋਗੀ। ਜ਼ਰੂਰੀ ਨਹੀਂ ਕਿ ਮੁਸਲਮਾਨ ਘਰ 'ਚ ਜਿਹੜਾ ਪੈਦਾ ਹੋਇਆ ਉਹਨੂੰ ਲਾਜ਼ਮੀ ਤੌਰ ਤੇ ਪਤਾ ਲੱਗੇ ਕਿ ਮੁਸਲਮਾਨ ਹੋਣਾ ਠੀਕ ਹੈ। ਪਤਾ ਲੱਗ ਸਕਦਾ ਹੈ ਕਿ ਮੁਸਲਮਾਨ ਹੋਣਾ ਠੀਕ ਨਹੀਂ ਹੈ।